पंजाब कांग्रेस के जनरल सकत्तर ਅਤੇ विधान सभा हलका अमरगढ़ के सीनियर कांग्रेसी आगू माई रूप कौर बागड़िया के समर्थकों वालों किला बागड़िया विखे प्रेस कॉन्फ्रेंस करते जिथे पार्टी हाईकमान ने हलके के किसी उम्मीदवार को टिकट देने की अपील की। उत्थे ही उन्होंने कहा कि जेकर इस बार भी साडे सिर किसी बाहरले उम्मीदवार को थोपिया गया तो वह उसका डट के विरोध करेंगे और अपना उम्मीदवार मैदान उतार के उसके बराबर चोन लड़नगे। एक मैं होर गल कहनी चाहूँगी सानू बाहर ला बथेरे लुट के लै गए यार, पहले 70 किलोमीटर वाले लै गए, हुण 100 वाला कोई आ जाऊगा वो लै जाऊगा। सानू एक मुठ होना चाहिए। उस तो पहले 2012 दे विच सानू धूरी की तैयारी की भी धूरी चले जाओ जी तुसी। धूरी दे विच 3 दिन पहला 72 घंटे पहला इत्थे पहला सूट राही अरविंद खन्ना जी लाते। मैं पूछना चाहना अज अरविंद खन्ना जी कित्थे ने? जो नहीं पास कर सके तो हाई कमांड उन्होंने टिकटा वजों दे के एक चीज़ को लियाना चाहती है। तो मैं अज अपने पार्टी के प्रधान सिद्धू जी ने चन्नी जी ने ये पूछना चाहती हाँ कि औरत को पीछे क्यों रखा जाता है? जे एक सीएम ऐसी भाईचारे तो बन सकता है तो औरत को टिकट क्यों नहीं मिल सकती? मैं 3 साल का जो माई जी ने सियासत स्टार्ट की है। मैं थोड़ा जिहा इमोशनल होकर गल कह रहा पर यह सच है। 3 साल का सी कांग्रेस पार्टी को असीं 30 साल देते, मैं 33 साल का हो गया। मकसद ਨੂੰ ਲੈ ਕੇ ਜਿਹੜੀ ਅੱਜ ਪ੍ਰੈਸ ਕਾਨਫਰੰਸ ਜੀ ਅੱਜ ਸਾਡੀ ਪ੍ਰੈਸ ਕਾਨਫਰੰਸ ਇਸ ਮਕਸਦ ਨਾਲ ਸੀ ਕਿ ਜਿਹੜਾ ਹਲਕਾ ਅਮਰਗੜ੍ਹ ਹੈ ਜਿਹਨੂੰ ਲਵਾਰਸ ਸਮਝਿਆ ਜਾ ਰਿਹਾ ਹੈ ਉਹ ਅਸੀਂ ਹਾਈ ਕਮਾਂਡ ਦੇ ਮੂਹਰੇ ਗੱਲ ਰੱਖ ਰਹੀ ਸੀ, ਪੰਜਾਬ ਦੀ ਹਾਈ ਕਮਾਂਡ ਮੂਹਰੇ, ਕਿ ਲੋਕਲ ਉਮੀਦਵਾਰ ਨੂੰ ਟਿਕਟ ਦਿੱਤੀ ਜਾਵੇ ਚਾਹੇ ਉਹ ਕਿਸੇ ਵੀ ਅਹੁਦੇ ਤੋਂ ਹੋਵੇ। ਅਸੀਂ ਸਾਰੇ ਰਲ ਕੇ ਕਾਂਗਰਸ ਵਰਕਰ ਤੇ ਕਾਂਗਰਸ ਦੇ ਅਹੁਦੇਦਾਰ ਉਹਨੂੰ ਜਿਤਾਵਾਂਗੇ। ਅਗਰ ਕਿਸੇ ਲੋਕਲ ਉਮੀਦਵਾਰ ਨੂੰ ਪਹਿਲਾਂ ਦੀ ਤਰ੍ਹਾਂ ਟਿਕਟ ਨਹੀਂ ਦਿੱਤੀ ਜਾਂਦੀ ਫਿਰ ਬਾਕੀ ਪਰਿਵਾਰ ਦਾ ਕੀ ਫੈਸਲਾ ਹੋਊਗਾ? ਜਿਵੇਂ ਸਾਨੂੰ ਸੰਗਤ ਹੁਕਮ ਕਰੇਗੀ ਅਸੀਂ ਉਹ ਹੁਕਮ ਨੂੰ ਉੱਪਰ ਸਰਾਖਾਂ ਤੇ ਰੱਖਾਂਗੇ। ਸਟੇਜ ਤੋਂ ਪਹਿਲਾਂ ਐਲਾਨ ਵੀ ਕੀਤਾ ਗਿਆ ਵੀ ਭਾਵੇਂ ਕੁਝ ਵੀ ਹੋ ਜਾਏਗੀ ਚੋਣ ਜਿਹੜੀ ਹੈ ਲੜੀ ਜਾਊਗੀ। ਇਹ ਵੀ ਉਹਦੇ ਬਾਰੇ ਸੋਚਦਾ ਕੀ? ਦੇਖੋ ਜੀ, ਜੇ ਸੰਗਤ ਸਾਨੂੰ ਕਹਿ ਰਹੀ ਹੈ ਲੜਨ ਲਈ, ਇसी स्टेज तो संगत ने ऐलान किया कि इलैक्शन लड़ी जाऊगी तो असीं उन्हां दा हुक्म मन्नांगे ते लड़ांगे। ਅੱਜ ਕਾਂਗਰਸ ਦੀ ਜਿਹੜੀ ਹੈ ਕੁਝ ਨੋਟੀਫਿਕੇਸ਼ਨ ਦੀ ਮਤਲਬ ਕਿ ਹੋਣ ਦੀ ਸੰਭਾਵਨਾ ਹੈ, ਜਿਹਦੇ ਵਿੱਚ ਉਹਨਾਂ ਨੇ ਕੱਲ੍ਹ ਦੀ ਜਿਹੜੀ ਕਾਂਗਰਸ ਦੇ ਦਫ਼ਤਰ ਦੀ ਥੋੜ੍ਹੀ ਆਈ ਹੈ ਬਾਹਰ, ਉਹ ਇਹ ਆਈ ਹੈ ਵੀ ਮੌਜੂਦਾ ਵਿਧਾਇਕਾਂ ਨੂੰ ਹੀ ਕਾਂਗਰਸ ਉਸੇ ਸਟੇਸ਼ਨ ਤੋਂ ਟਿਕਟ ਦੇ ਰਹੀ ਹੈ। ਜੇਕਰ ਅਜਿਹਾ ਅਮਰਗੜ੍ਹ ਦੇ ਮੌਜੂਦਾ ਵਿਧਾਇਕ ਨੂੰ ਕਾਂਗਰਸ ਤੋਂ ਟਿਕਟ ਦਿੰਦੀ ਹੈ ਫਿਰ ਤੁਹਾਡਾ ਕੀ ਹੈ? ਮੈਂ ਪਹਿਲਾਂ ਇੱਕ ਗੱਲ ਇਹ ਕਹਿਣਾ ਚਾਹੂੰਗੀ ਜੀ, ਤੁਹਾਡੀ नज़र इस गल ते पाना चाहूँगी कि वो सुनाम चले गए ने ते हाई कमांड का यह फैसला कि एक परिवार नूं एक टिकट मिलेगी। जे वो सुनाम चले गए ने फिर वो इत्थे नहीं होणगे ते हल्का उन्हां दा अमरगढ़ है नहीं है ते ये क्लीयर कट है कि वो इत्थों नहीं टिकट लैणगे। ਜੇਕਰ ਕੋਈ ਹੋਰ ਬਾਹਰ ਲਾਉਂਦਾ ਜਿਸ ਤਰ੍ਹਾਂ ਭੱਠਲ ਦੀ ਗੱਲ ਚੱਲਦੀ ਹੈ ਫਿਰ ਜੀ ਸਾਡਾ ਕਿਸੇ ਵੀ ਪਰਸਨਲੀ ਕਿਸੇ ਨਾਲ ਨਹੀਂ ਹੈ ਜੀ। ਭੱਠਲ ਜੀ ਨੇ ਉਹਨਾਂ ਦਾ ਆਪ ਦਾ ਇੱਕ ਸੀਨੀਅਰ ਅਹੁਦੇ ਵਜੋਂ ਉਹਨਾਂ ਦਾ ਕਾਂਗਰਸ 'ਚ ਯੋਗਦਾਨ ਹੈ। ਸਾਡੀ ਲੜਾਈ ਸਾਡੀ ਸੰਗਤ ਕਰਕੇ ਹੈ। ਕਾਂਗਰਸ ਪਾਰਟੀ ਉਹਦੇ ਵਰਕਰਾਂ ਤੇ ਪਬਲਿਕ ਨਾਲ ਹੈ। ਸੈਕੂਲਰ ਤੇ ਡੈਮੋਕ੍ਰੇਸੀ ਕਾਂਗਰਸ ਹਮੇਸ਼ਾ ਇਸ ਚੀਜ਼ ਨੂੰ ਮੁੱਖ ਰੱਖਦੀ ਹੈ। ਇਸ ਲਈ ਇਹ ਨਹੀਂ ਕਿ ਜੀ ਭੱਠਲ ਜੀ ਆ ਰਹੇ ਅਸੀਂ ਵਿਰੋਧਤਾ ਕਰਾਂਗੇ ਕਿ ਨਹੀਂ, ਕੋਈ ਹੋਰ ਆ ਰਿਹਾ ਤਾਂ ਅਸੀਂ ਕਰਾਂਗੇ। ਸਾਡਾ ਮੇਨ ਮੁੱਦਾ ਇਹ ਹੈ ਕਿ ਲੋਕਲ ਉਮੀਦਵਾਰ ਨੂੰ ਦਿੱਤੀ ਜਾਵੇ। ਜਿਹੜਾ ਲੋਕਲ ਹੋਊਗਾ ਉਹਨੂੰ ਅਸੀਂ ਸਪੋਰਟ ਕਰਾਂਗੇ, ਜਿਹੜਾ ਨਹੀਂ ਹੋਊਗਾ ਤਾਂ ਉਹਨੂੰ ਨਹੀਂ ਕਰਾਂਗੇ। ਤੁਹਾਨੂੰ ਲੱਗਦਾ ਕਿ ਕਾਂਗਰਸ ਪਾਰਟੀ ਨੂੰ ਹਰ ਹਲਕੇ ਤੋਂ ਲੋਕਲ ਉਮੀਦਵਾਰ ਨੂੰ ਹੀ ਟਿਕਟ ਦੇਣੀ ਚਾਹੀਦੀ ਹੈ ਔਰ ਇਹ ਮੰਗ ਜਾਇਜ਼ ਹੈ? ਇਹ ਬਿਲਕੁਲ ਜਾਇਜ਼ ਹੈ। ਇਹ ਮੈਨੂੰ ਵੀ ਲੱਗਦਾ ਕਿ ਲੋਕਲ ਉਮੀਦਵਾਰ ਨੂੰ ਹੀ ਦੇਣੀ ਚਾਹੀਦੀ ਹੈ ਤੇ ਮੈਨੂੰ ਇਹ ਵੀ ਲੱਗਦਾ ਕਿ ਜਿਵੇਂ ਯੂਪੀ 'ਚ ਉਹਨਾਂ ਨੇ ਔਰਤਾਂ ਨੂੰ ਅੱਗੇ ਲਿਆ ਕੇ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ, ਇਹ ਵੀ ਬੜਾ ਜ਼ਰੂਰੀ ਹੋ ਗਿਆ ਕਿ ਔਰਤਾਂ ਨੂੰ ਅੱਗੇ ਲੈ ਕੇ ਆਂਦਾ ਜਾਵੇ। ਮਾਈ ਰੂਪ ਕੌਰ ਬਾਗੜੀਆ ਜੀ ਨੇ ਟਿਕਟ ਦੀ ਮੰਗ ਕੀਤੀ ਹੈ ਅਮਰਗੜ੍ਹ ਹਲਕੇ ਤੋਂ ਇਸ ਵਾਰ? ਬਿਲਕੁਲ ਜੀ, ਅਸੀਂ ਪਿਛਲੀ ਵਾਰ ਵੀ ਮੰਗ ਕੀਤੀ ਸੀਗੀ ਪਾਰਟੀ ਵੱਲੋਂ। ਅਸੀਂ ਪਿਛਲੀ ਵਾਰ ਵੀ ਧੂਰੀ ਤੋਂ ਨਹੀਂ ਇੱਥੋਂ ਮੰਗ ਕੀਤੀ ਸੀਗੀ। ਹਾਂਜੀ ਸਰ, ਅੱਜ ਕਿਸ ਮਕਸਦ ਨੂੰ ਲੈ ਕੇ ਜਿਹੜੀ ਆ ਪ੍ਰੈਸ ਕਾਨਫਰੰਸ ਕੀਤੀ ਗਈ ਔਰ ਕੀ ਫੈਸਲਾ ਕੀਤਾ ਗਿਆ? ਸਰ ਅੱਜ ਪਹਿਲਾਂ ਅਸੀਂ ਕਾਨਫਰੰਸ ਕੀਤੀ ਹੈ ਕਿਉਂਕਿ ਸਾਨੂੰ ਸਾਡਾ ਲੋਕਲ ਕੈਂਡੀਡੇਟ ਚਾਹੀਦਾ ਹੈ। ਮੈਂ ਪਹਿਲਾਂ ਵੀ ਤੁਹਾਡੀ ਪ੍ਰੈਸ ਰਾਹੀਂ ਸਾਰੇ ਨੂੰ ਦੱਸਿਆ ਹੈ, ਲਾਈਵ ਹੋ ਕੇ ਵੀ ਦੱਸਿਆ ਹੈ ਕਿ ਸਾਡੇ 1,70,000 ਬੰਦਾ ਹੈ, ਉਹਦੇ ਵਿੱਚ ਕੋਈ ਕੇਪੇਬਲ ਨਹੀਂ ਹੈਗਾ ਜਿਸ ਨੂੰ ਟਿਕਟ ਦਿੱਤੀ ਜਾਵੇ ਕਾਂਗਰਸ ਪਾਰਟੀ। ਕਿਉਂ ਆਪਾਂ ਬਾਹਰੋਂ ਬੰਦਾ ਲੈ ਕੇ ਆਉਂਦੇ? ਉਹਦੇ ਕਰਕੇ ਸਾਡੀ ਮੀਟਿੰਗ ਹੈਗੀ ਔਰ ਉਹਦੇ ਕਰਕੇ ਜਿਵੇਂ ਸਾਨੂੰ ਇੱਥੇ ਦੀ ਅਮਰਗੜ੍ਹ ਦੀ ਸੰਗਤ ਹੁਕਮ ਲਾਊਗੀ ਅਸੀਂ ਉਹ ਚੀਜ਼ ਪੱਕਾ ਹੀ ਕਰਾਂਗੇ ਕਿਉਂਕਿ ਸਾਡੇ ਨਾਲ 30 ਸਾਲ ਨਾਲੋਂ ਖੜੇ ਹੈ।
ਉਹਦੇ ਕਰਕੇ ਅਸੀਂ ਡਿਸੀਜਨ ਆਪਣਾ ਲੈਣਾ ਹੈ, ਤੇ ਉਹਦੇ ਕਰਕੇ ਅਸੀਂ ਤੁਹਾਨੂੰ ਸੱਦਿਆ ਸੀ, ਇੰਨਾ ਹੀ ਕਹਿਣਾ ਚਾਹੁੰਦਾ। ਅਗਰ ਕੋਈ ਬਾਹਰਲਾ ਉਮੀਦਵਾਰ ਆਉਂਦਾ ਜੀ ਫਿਰ ਕੀ ਆਪਣਾ ਫੈਸਲਾ ਹੋਊਗਾ ਤੁਹਾਡੇ ਕੋਲ? ਸਰ ਉਹ ਤਾਂ ਸੰਗਤ ਦੱਸੂਗੀ, ਬਟ ਸਾਡਾ ਫੈਸਲਾ ਕਿਸੇ ਵੀ ਬਾਹਰ ਵਾਲੇ ਕੈਂਡੀਡੇਟ ਨੂੰ ਸਟ੍ਰਿਕਟਲੀ ਨੋ ਹੈ। ਇਹਦੇ ਬਾਰੇ ਮੈਂ ਕੋਈ ਆਨਸਰ ਕੁਐਸਚਨ ਦੇਣਾ ਹੀ ਨਹੀਂ ਚਾਹੁੰਦਾ। ਨੋ ਮੀਨਸ ਨੋ। ਬਾਗੜੀਆਂ ਪਰਿਵਾਰ ਬਾਰੇ ਇੱਕ ਪਹਿਲਾਂ ਵੀ ਮਤਲਬ ਜਿਹੜੀ ਇਲਾਕੇ ਦੇ ਵਿੱਚ ਗੱਲ ਪ੍ਰਚਲਿਤ ਆ ਵੀ ਪਿਛਲੀ ਵਾਰ ਵੀ ਜਿਹੜਾ ਤੁਹਾਡਾ ਟਿਕਟ ਦੇ ਵਿੱਚ ਨਾਂ ਜਿਹੜਾ ਕਾਫੀ ਅੱਗੇ ਚੱਲ ਰਿਹਾ ਸੀ, ਪਰ ਐਨ ਲਾਸਟ ਤੇ ਜਾ ਕੇ ਸੀਨੀਅਰ ਕਾਂਗਰਸ ਦੀ ਲੀਡਰਸ਼ਿਪ ਵੱਲੋਂ ਤੁਹਾਨੂੰ ਜਿਹੜਾ ਘਰ ਆ ਕੇ ਮਤਲਬ ਇਸ ਬਾਰੇ ਸਹਿਮਤ ਕਰ ਲਿਆ ਗਿਆ ਵੀ ਤੁਸੀਂ ਜਿਹੜਾ ਉਮੀਦਵਾਰ ਆ ਉਸ ਦੀ ਮਦਦ ਕਰੋ। ਜੇਕਰ ਅਜਿਹਾ ਇਸ ਵਾਰ ਵੀ ਹੁੰਦਾ ਹੈ ਫਿਰ ਤੁਹਾਡਾ ਕੀ ਮਤਲਬ ਇਹਦੇ ਵਿੱਚ ਰਿਐਕਸ਼ਨ ਹੋਊਗਾ? ਸਰ ਕਿੰਨੀ ਵਾਰ ਅਸੀਂ ਟਿਕਟ ਆਪਣੀ ਕਟਾਵਾਂਗੇ, ਕਿੰਨੀ ਵਾਰ ਹਾਈ ਕਮਾਂਡ ਸਾਨੂੰ ਰਿਕੁਐਸਟ ਕਰੂਗੀ, ਅਸੀਂ ਉਹਨਾਂ ਦੇ ਗੱਲਾਂ ਸੁਣਾਂਗੇ। ਸਾਡਾ ਵੀ ਮਨ ਹੈ, ਸਾਡਾ ਕੋਈ ਮਨ ਨਹੀਂ ਹੈਗਾ, ਸਾਡੀ ਵੀ ਇੱਛਾ ਹੈਗੀ ਹੈ। ਅਸੀਂ ਵੀ ਪਾਰਟੀ ਲਈ ਇੰਨੀ ਸੇਵਾ ਕੀਤੀ ਹੈ, ਹਲਕੇ ਵਿੱਚ 200 ਸਾਲ ਤੋਂ ਰਹਿ ਰਹੇ ਹੈ, ਤਾਂ ਸਾਡਾ ਵੀ ਮਨ ਹੈ ਕਿ ਅਸੀਂ ਵੀ ਇੱਕ ਵਾਰੀ ਇਲੈਕਸ਼ਨ ਲੜੇ। ਕਿਉਂਕਿ ਸਾਡੇ ਹਲਕਾ ਅਮਰਗੜ੍ਹ ਵਿੱਚ ਮੈਂ ਫੇਰ ਕਹਿ ਰਿਹਾ ਕਿ ਕਿਸੇ ਵੀ ਹਲਕਾ ਅਮਰਗੜ੍ਹ ਦੇ ਬੰਦੇ ਨੂੰ 1,70,000 ਬੰਦੇ ਨੂੰ ਤੁਸੀਂ ਟਿਕਟ ਦਿਓਗੇ, ਬਾਗੜੀਆਂ ਪਰਿਵਾਰ ਸਭ ਤੋਂ ਪਹਿਲਾਂ ਉਹਦੇ ਨਾਲ ਚੱਲੂਗਾ। ਜਿਹੜਾ ਪੈਰਾਸ਼ੂਟ ਆ ਗਿਆ ਔਰ ਜਿਵੇਂ ਅਸੀਂ ਕਹਿ ਰਹੇ ਕਿ ਨਕਲੀ ਜੀ ਬਣ ਕੇ ਆ ਗਏ ਇੱਥੇ ਰਹਿਣ ਨੂੰ, ਅਸੀਂ ਉਹਨਾਂ ਨਾਲ ਨਹੀਂ ਚੱਲਾਂਗੇ। ਕੀ ਜਿਹੜਾ ਅੱਜ ਹੈਗਾ ਕਿਸ ਮਕਸਦ ਨੂੰ ਲੈ ਕੇ ਆਪਣੇ ਜਿਹੜਾ ਅੱਜ ਦੀ ਮੀਟਿੰਗ ਕੀਤੀ ਗਈ ਆ? ਦੇਖੋ ਅੱਜ ਦਾ ਜਿਹੜਾ ਏਜੰਡਾ ਹੈਗਾ ਸੀ ਸਾਡਾ ਮੀਟਿੰਗ ਦਾ, ਉਹ ਅਸੀਂ ਹਾਈ ਕਮਾਂਡ ਨੂੰ ਔਰ ਬਾਹਰੋਂ ਆਉਣ ਵਾਲੇ ਜਿਹੜੇ ਇੱਥੇ ਬਹੁਤ ਤਤਪਰ ਹੋਏ ਫਿਰਦੇ ਆ ਲੋਕ, ਉਹਨਾਂ ਨੂੰ ਸਿੱਧਾ ਸੁਨੇਹਾ ਦੇਣ ਦਾ ਸੀ ਸਾਡਾ ਮਨ ਕਿ ਭਾਈ ਆਓਗੇ ਤਾਂ ਲੋਕਲ ਵਾਲਿਆਂ ਨੇ ਇਸ ਵਾਰੀ ਖਹਿ ਕੇ ਲੰਘਣਾ ਪਊਗਾ। ਅਸੀਂ ਮੈਦਾਨ 'ਚ ਉਤਰਾਂਗੇ, ਸਾਡੇ ਨਾਲ ਫਿਰ ਤੁਹਾਨੂੰ ਦੋ ਹੱਥ ਕਰਨੇ ਪੈਣਗੇ। ਇੰਨੀ ਸੌਖੀ ਨਹੀਂ ਹੈਗੀ ਵੀ ਤੁਸੀਂ ਇੱਥੋਂ ਟਿਕਟ ਬਾਹਰੋਂ ਲੈ ਕੇ ਆ ਜਾਓ ਤੇ ਆ ਕੇ 5 ਦਿਨਾਂ ਬਾਅਦ ਹੀ ਉਂਝਾ ਫੇਰ ਕੋਈ ਇੱਥੋਂ ਲੁੱਟ ਕੇ ਤੁਰ ਜਾਓ। ਇਸ ਵਾਰ ਪੂਰਾ ਮਨ ਬਣਾਇਆ ਹੋਇਆ ਹੈ ਇਲਾਕੇ ਨੇ ਤੁਹਾਡਾ ਕਿ ਜੋ ਵਿਚ ਰਹੇ ਹੋ ਲੋਕ? ਮੈਂ ਕਹਿਣਾ ਜੀ ਸਾਡਾ ਪੂਰਾ ਮਨ ਆ, ਮਾਨੀ ਸਾਡੀ ਤਿਆਰੀ ਆ। ਅਸੀਂ ਪੂਰੇ ਹਲਕੇ ਦੇ ਸਾਰੇ ਪਿੰਡਾਂ ਦੀਆਂ ਬੂਥ ਕਮੇਟੀਆਂ ਸਾਡੇ ਕੋਲੇ ਤਿਆਰ ਪਈਆਂ ਨੇ, ਸ਼ਹਿਰਾਂ 'ਚ ਸਾਡੀ ਪੂਰੀ ਤਿਆਰੀ ਆ। ਅਸੀਂ ਆਪਣੀ ਕੰਪੇਨ 1-2 ਦਿਨਾਂ ਤੱਕ ਸਟਾਰਟ ਕਰ ਦੇਣੀ ਆ। ਅਸੀਂ ਕਿਸੇ ਵੀ ਬਾਹਰਲੇ ਕੈਂਡੀਡੇਟ ਨੂੰ, ਸਾਡੇ ਜਵਾਕ ਕਿਸੇ ਬਾਹਰਲੇ ਕੈਂਡੀਡੇਟ ਦੀਆਂ ਦਰੀਆਂ ਨਹੀਂ ਚੱਕਣਗੇ। ਅਸੀਂ ਅਮਰਗੜ੍ਹ ਦੇ ਲੋਕ ਇੰਨੇ ਬੇਗੈਰਤ ਨਹੀਂ ਵੀ ਅਸੀਂ ਆ ਬਾਹਰ ਜਿਹੜਾ ਮਰਜ਼ੀ ਬਾਹਰੋਂ ਆ ਜਾਵੇ ਅਸੀਂ ਉਹਨਾਂ ਦੀਆਂ ਦਰੀਆਂ ਇਕੱਠੀਆਂ ਕਰਦੇ ਫਿਰੀਏ। ਅਸੀਂ ਖੁਦ ਇਲੈਕਸ਼ਨ ਲੜਾਂਗੇ ਔਰ ਹਲਕੇ ਨੂੰ ਜਿੱਤ ਦਿਵਾ ਕੇ ਹਲਕੇ ਦੀ ਨੁਮਾਇੰਦਗੀ ਹਲਕੇ ਨੂੰ ਸੌਂਪਾਂਗੇ। ਬਾਕੀ ਕਿਸੇ ਪਾਰਟੀ ਤੋਂ ਆਜ਼ਾਦ ਅਗਰ ਲੜਨਾ ਪੈਂਦਾ ਤਾਂ ਉਹਦੇ ਵਾਸਤੇ ਦੇਖੋ ਇਸ ਸੰਬੰਧੀ ਫੈਸਲਾ ਸੰਗਤ ਨੇ ਕਰਨਾ। ਉਹ ਕਿਵੇਂ ਜਿੱਦਾਂ ਕਹੂ ਸੰਗਤ, ਜਿੱਦਾਂ ਸਾਡੇ ਸਾਥੀ ਕਹਿਣਗੇ ਉਦਾਂ ਹੀ ਫੈਸਲਾ ਹੋਊਗਾ ਵੀ ਕਿਵੇਂ ਲੜਨੀ ਆ। ਇਹ ਆਉਣ ਵਾਲੇ ਟਾਈਮ ਦੇ ਵਿੱਚ ਸਾਰੇ ਸਾਥੀਆਂ ਨੂੰ ਕਲੀਅਰ ਕਰ ਦਿਆਂਗੇ। ਜੀ ਅੱਜ ਜਿਹੜੀ ਇੱਥੇ ਕਿਲੇ ਦੇ ਵਿੱਚ ਇੱਕ ਮੀਟਿੰਗ ਕੀਤੀ ਗਈ ਆ ਸੀਨੀਅਰ ਕਾਂਗਰਸੀਆਂ ਵੱਲੋਂ, ਜੀ ਤੇ ਕੀ ਜਿਹੜਾ ਮੁੱਖ ਮਕਸਦ ਕੀ ਸੀ? ਦੇਖੋ ਮੁੱਖ ਮਕਸਦ ਤਾਂ ਸਾਰਿਆਂ ਨੂੰ ਪਤਾ ਹੀ ਹੈ ਵੀ ਇੱਥੇ ਜਿਹੜਾ ਪੈਰਾਸ਼ੂਟ ਸਿਸਟਮ ਚੱਲਦਾ ਹੈ ਆਪਣੀ ਸੀਟ ਤੇ ਖਾਸ ਕਰਕੇ, ਜਿਹਨੂੰ ਕਿ ਇੱਕ ਸਿਆਮ ਨਾਲ ਸਮਝ ਕੇ ਵੀ ਜਿਹਦਾ ਜੀ ਕਰੇ ਆਪਣਾ ਆਪੜੋ ਤੇ ਕੋਈ ਨਹੀਂ ਪੁੱਛਦਾ ਹੈ ਵੀ ਉਹ ਸਰਕਾਰ ਅਪਣਾ ਰਹੀ ਹੈ ਢੰਗ ਤਰੀਕੇ। ਪਰ ਇਸ ਕਰਕੇ ਇਹ ਮੀਟਿੰਗ ਜਾਂ ਅੱਜ ਦਾ ਜਿਹੜਾ ਤੁਹਾਡੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਵੀ ਕਿਰਪਾ ਕਰਕੇ ਜਿਹੜੀ ਹਾਈ ਕਮਾਂਡ ਹੈ ਇੱਥੇ ਕੋਈ ਪੈਰਾਸ਼ੂਟ ਵਾਲਾ ਕੰਮ ਨਾ ਕਰੇ, ਨਾ ਕਿਸੇ ਨੂੰ ਬਾਹਰਲੇ ਨੂੰ ਇੱਥੇ ਬੁਲਾਇਆ ਜਾਵੇ। ਜੇ ਕੋਈ ਬੁਲਾਇਆ ਗਿਆ, ਮੈਂ ਪਿੱਛੇ ਵੀ ਸਾਡੀ ਮੀਟਿੰਗ ਹੋਈ ਉੱਦੇ ਗੱਲ ਕਹੀ ਸੀ, ਅਗਰ ਕਹਿੰਦੇ ਧਵਾਨ ਆਊਗਾ ਧਵਾਨ ਚੱਲੂਗਾ, ਮੈਂ ਧਵਾਨ ਦੀ ਐਤਕੀ ਜਵਾਨ ਤੇ ਜ਼ਬਤ ਕਰਾਵਾਂਗੇ, ਆ ਜਾਵੇ ਧਵਾਨ ਆ ਲਵੇ। ਵੀ ਐਤਕੀ ਜੇ ਇਲਾਕੇ ਦੇ ਕਿਸੇ ਵੀ ਕੈਂਡੀਡੇਟ ਨੂੰ ਟਿਕਟ ਦਿੱਤੀ ਜਾਂਦੀ ਹੈ, ਕੋਈ ਹੋਵੇ ਚਾਹੇ ਅਮਰਗੜ੍ਹ ਤੋਂ ਅਹਿਮਦਗੜ੍ਹ ਤੱਕ, ਅਸੀਂ ਉਹਦੇ ਨਾਲ ਦਿਨ ਰਾਤ ਮਿਹਨਤ ਕਰਾਂਗੇ, ਸਭ ਕੁਝ ਕਰਾਂਗੇ, ਪੂਰੀ ਉਹਦੀ ਸਪੋਰਟ ਕਰਾਂਗੇ। ਲੇਕਿਨ ਅਗਰ ਕੋਈ ਬਾਹਰ ਆਉਂਦਾ ਤਾਂ ਉਸ ਨੂੰ ਬਿਲਕੁਲ ਨਹੀਂ ਨਕਾਰਿਆ ਜਾਊਗਾ, ਅਸੀਂ ਉਹਦੇ ਨਾਲ ਨਹੀਂ ਚੱਲਾਂਗੇ। बेचने और खरीदने के लिए संपर्क करें फेयर डील प्रॉपर्टीज।